ਅੱਗੇ ਹੈ ਆਪਣਾ ਔਨ ਟੂ ਫੰਕਸ਼ਨ, ਜਿਹਨੂੰ ਆਪਾਂ ਸਰਜੈਕਸ਼ਨ ਵੀ ਕਹਿੰਦੇ ਹਾਂ। A function f from a to b is said to be on to function or surjection if every element of b is image of some element of a, that is f a equals to b or range of f equals to codomain of f। ਸਾਡੇ ਕੋਲੇ ਦੋ ਆਪਾਂ ਇੱਥੇ ਦੇਖ ਹੀ ਲੈਂਦੇ ਹੇਠਾਂ ਪਿਆ ਹੋਇਆ ਕੋਈ ਨਾ ਕੋਈ। ਆ ਦੇਖੋ, ਐਵਰੀ ਐਲੀਮੈਂਟ ਆਫ ਕੋਡੋਮੇਨ ਇੱਥੇ y ਹੈ, y ਦੇ ਐਵਰੀ ਐਲੀਮੈਂਟ ਦੀ ਕੋਈ ਨਾ ਕੋਈ ਪ੍ਰੀ ਇਮੇਜ ਹੈਗੀ ਹੈ, ਕਿਸੇ ਦੀ ਇੱਕ ਹੈ, ਕਿਸੇ ਦੀਆਂ ਦੋ ਨੇ। ਤਾਂ ਇਹ ਵਾਲਾ ਜਿਹੜਾ ਫੰਕਸ਼ਨ ਹੈ ਜੀ ਫੰਕਸ਼ਨ, ਇਹ ਔਨ ਟੂ ਫੰਕਸ਼ਨ। ਤੇ ਤੁਸੀਂ ਦੇਖੋਗੇ ਜਦੋਂ ਇਹਦੀ ਅਸੀਂ ਰੇਂਜ ਫਾਈਂਡ ਕਰਾਂਗੇ ਜੀ ਦੀ, ਜਦੋਂ ਜੀ ਦੀ ਰੇਂਜ ਕੀ ਆਏਗੀ, ਆ ਤਿੰਨੇ ਐਲੀਮੈਂਟ ਆ ਜਾਣਗੇ ਉਹਦੇ ਵਿੱਚ, ਤੇ ਇਹੀ ਤਿੰਨੇ ਐਲੀਮੈਂਟ ਕੋਡੋਮੇਨ ਦੇ ਵਿੱਚ ਹੈ। ਤਾਂ ਰੇਂਜ ਆਫ ਜੀ ਕੀ ਹੋ ਜਾਏਗੀ, ਪਹਿਲਾਂ रेंज ऑफ जी इक्वल्स टू की हो जाएगी कोडोमेन ऑफ जी। ठीक है, यानी कहने का मतलब रेंज ते कोडोमेन एक चीज़ बन जाए, क्योंकि सारे एलीमेंट ही किसी ना किसी ना एसोसीएट हो गए, तो रेंज के कोडोमेन वाले सारे एलीमेंट आ जाएंगे। ठीक है कि नहीं? तो वो की होएगा, जी रेंज है जी की या फंक्शन की, वो उस उस फंक्शन के कोडोमेन के इक्वल हो जाएगा। तो एच भी असी यही गल लिख रहे हैं भी जे सारे एलीमेंट्स इस तरह हो जाए तो रेंज ऑफ एफ की हो जाएगी कोडोमेन ऑफ एफ के इक्वल हो जाएगी। ठीक है कि अगला है इनटू फंक्शन। अ फंक्शन एफ फ्रॉम ए टू बी इज एन इनटू फंक्शन इफ देयर एग्जिस्ट एन एलीमेंट इन बी हैविंग नो प्री इमेज इन ए। कोई ना कोई ਇਹੋ ਜਿਹਾ ਐਲੀਮੈਂਟ ਬੀ ਦੇ ਵਿੱਚ ਹੋਵੇ ਜਿਹਦੀ ਕੋਈ ਪ੍ਰੀ ਇਮੇਜ ਨਾ ਬਣਦੀ ਹੋਵੇ। ਜਿਵੇਂ ਔਨ ਟੂ ਦੇ ਵਿੱਚ ਕੀ ਸੀਗਾ, ਬੀ ਦੇ ਵਿੱਚ ਕੋਈ ਐਲੀਮੈਂਟ ਨਹੀਂ ਸੀ ਬਚਿਆ, ਸਾਰਿਆਂ ਦੀ ਕੋਈ ਨਾ ਕੋਈ ਪ੍ਰੀ ਇਮੇਜ ਸੀਗੀ। ਪਰ ਇਨਟੂ ਦੇ ਵਿੱਚ ਕੀ ਹੋਏਗਾ, ਕੋਈ ਨਾ ਕੋਈ ਇਹੋ ਜਿਹਾ ਐਲੀਮੈਂਟ ਹੋਏਗਾ ਬੀ ਦੇ ਵਿੱਚ ਜਿਹਦੀ ਕੋਈ ਪ੍ਰੀ ਇਮੇਜ ਨਹੀਂ ਬਣਦੀ ਹੋਏਗੀ, ਤਾਂ ਉਹਨੂੰ ਅਸੀਂ ਇਨਟੂ ਫੰਕਸ਼ਨ ਕਹਿੰਦੇ। ਜਿਵੇਂ ਆਹ ਵਾਲਾ ਹੈਗਾ ਸਾਡੇ ਕੋਲ, ਇਹ 'ਚ ਦੇਖੋ B3 ਤੇ B6, ਇਹਨਾਂ ਦੀ ਕੋਈ ਪ੍ਰੀ ਇਮੇਜ ਨਹੀਂ ਹੈਗੀ, ਕਿਸੇ ਨਾਲ ਐਸੋਸੀਏਟ ਨਹੀਂ ਹੋਈ। ਇਹਦਾ मतलब ਕੀ ਹੈ, ਇਹ ਜਿਹੜਾ ਐਫ ਫੰਕਸ਼ਨ ਹੈ ਇਹ ਇਨਟੂ ਫੰਕਸ਼ਨ ਹੈ। ਠੀਕ ਹੈ, ਤਾਂ ਇਹਦੇ 'ਚ ਇੱਕ ਇੰਪੋਰਟੈਂਟ ਗੱਲ ਹੈ ਵੀ ਕਈ ਵਾਰੀ ਸਾਨੂੰ ਕਿਹਾ ਜਾਂਦਾ ਵੀ ਤੁਸੀਂ ਔਨ ਟੂ ਫੰਕਸ਼ਨ ਔਨ ਟੂ ਨਹੀਂ ਹੁੰਦਾ, ਪਰ ਸਾਨੂੰ ਜ਼ਰੂਰਤ ਪੈਂਦੀ ਹੈ ਵੀ ਉਹਨੂੰ ਅਸੀਂ ਔਨ ਟੂ 'ਚ ਕਨਵਰਟ ਕਰਨਾ। ਤਾਂ ਜਿਵੇਂ ਹੁਣ ਆਹੀ ਫੰਕਸ਼ਨ ਅਸੀਂ ਐਫ ਏ ਟੂ ਬੀ ਹੈ, ਇਹ ਔਨ ਟੂ ਨਹੀਂ ਹੈਗਾ, ਪਰ ਅਸੀਂ ਇਹਨੂੰ ਔਨ ਟੂ ਬਣਾਉਣਾ ਚਾਹੁੰਦੇ ਹਾਂ। ਤਾਂ ਜਿਹੜਾ ਐਫ ਦੀ ਜਿਹੜੀ ਰੇਂਜ ਨੂੰ ਅਸੀਂ ਕੋਡੋਮੇਨ ਬਣਾ ਦਿਆਂਗੇ। ऐसे की करांगे, ये एफ फ्रॉम ए टू बी है, तो ये फंक्शन इन टू है ना। ऑन टू बनाने वास्ते असीं की करांगे, एफ फ्रॉम ए टू रेंज ऑफ एफ कर, रेंज ऑफ एफ, रेंज ऑफ एफ। ठीक है ना, बजाय ये बी की थां ते असीं इहदी रेंज ऑफ एफ लै लांगे, बी की थां ते एफ ए लै लांगे, जिन्होंने असीं रेंज ऑफ एफ कहने। तां की हुंदा ओह रेंज ऑफ एफ तुहानूं पता है, रेंज इमेज सैट होंदा, तो एफ ए बी की थां ते असीं एफ ए लै लांगे, तो अपने आप ही जिहड़ा हैगा वो ऑन टू फंक्शन हो जाएगा। तो इत्थे एक होर इलस्ट्रेशन दित्ती, एक होर एग्जाम्पल दिता है ऑन टू का। ठीक है ना, ए इक्वल्स टू तुहानूं एक फंक्शन दिता, एक सैट दिता होया, बी एक सैट दिता होया, फंक्शन दिता एफ एक्स इक्वल्स टू एक्स स्क्वेयर फ्रॉम ए टू बी, यानी ए ते एलीमेंट्स ते असीं जदों फंक्शन लावांगे तो ऑन टू फंक्शन बनना चाहिए। तो एक्स दी वैल्यूज़ आप पुट करके देखो, एक्स हमेशा असी डोमेन चो लैंदे हैं, पहला भी गल की है। तो 1 -1 लो एफ की थां ते, एक्स की थां ते, तो एफ -1 का इक्वल हो जाएगा -1 का स्क्वायर इक्वल टू 1, F1 भी 1 हो जाएगा, F2 की वैल्यू 4 हो जाएगी, F-2 की वैल्यू 4 हो जाएगी। तो यदि रेंज की है, की बनी आ जो आंसर आ गए, यदि रेंज है, तो रेंज ऑफ एफ इक्वल टू की है 1 4, तो यही ਇਹਦਾ ਕੋਡੋਮੇਨ ਹੈ। ਇਹਦਾ मतलब की है, एफ इज़ ऑन टू। ਤਾਂ ਕਈ ਥਾਂ 'ਤੇ ਅਸੀਂ ਐਫ ਨੂੰ ਜਦੋਂ ਅਸੀਂ ਐਫ ਨੂੰ ਅਸੀਂ ਪ੍ਰੂਵ ਕਰਨਾ ਹੋਏਗਾ ਔਨ ਟੂ, ਤਾਂ ਉਹਦੀ ਰੇਂਜ ਫਾਈਂਡ ਕਰਾਂਗੇ, ਅਤੇ ਰੇਂਜ ਫਾਈਂਡ ਕਰਕੇ ਜੇ ਉਹ ਕੋਡੋਮੇਨ ਦੇ ਇਕੁਅਲ ਆ ਗਈ ਤਾਂ ਅਸੀਂ ਕਹਿ ਦਾਂਗੇ ਐਫ ਇਜ਼ ਔਨ ਟੂ ਫੰਕਸ਼ਨ। ਠੀਕ ਹੈ, ਹੁਣ ਜੇ ਆ ਤਾਂ ਸੀਗਾ ਸਾਡੇ ਕੋਲ ਫਾਈਨਾਈਟ ਸੈਟਸ ਲਈ। ਜੇ ਇਨਫਾਈਨਾਈਟ ਸੈੱਟ ਹੋਵੇ ਸਾਡੇ ਕੋਲ ਡੋਮੇਨ ਦੇ ਵਿੱਚ, ਤਾਂ ਅਸੀਂ ਕਿਸ ਤਰੀਕੇ ਨਾਲ ਉਹਦੀ ਚੈੱਕ ਕਰ ਸਕਦੇ ਹਾਂ ਸਰਜੈਕਟਿਵਿਟੀ।
ਹੁਣ ਕਿਵੇਂ ਚੈੱਕ ਕਰਾਂਗੇ ਵੀ ਫੰਕਸ਼ਨ ਸਰਜੈਕਟਿਵ ਹੈ ਕਿ ਨਹੀਂ ਹੈ, ਠੀਕ ਹੈ ਨਾ। ਉਹਦੇ ਲਈ ਕੀ ਕਰਾਂਗੇ ਅਸੀਂ, ਜਦੋਂ ਇਸ ਤਰ੍ਹਾਂ ਦਾ ਹੋਵੇਗਾ ਤਾਂ ਐਫ ਇੱਕ ਫੰਕਸ਼ਨ ਅਸੀਂ ਸਾਡੇ ਕੋਲ, ਇਹਦੇ 'ਚ ਇਹ ਹੈਗਾ ਏ ਟੂ ਬੀ, ਤਾਂ ਅਸੀਂ ਕੀ ਕਰਦੇ ਹਾਂ, ਏ ਦੇ ਵਿੱਚੋਂ ਕੋਈ ਇੱਕ ਆਰਬਿਟਰੀ ਐਲੀਮੈਂਟ ਲੈ ਲੈਣਾ। ਉਹ ਆਰਬਿਟਰੀ ਐਲੀਮੈਂਟ ਕੀ ਹੁੰਦਾ, ਉਹ ਸਾਰੇ ਐਲੀਮੈਂਟਸ ਨੂੰ ਰੀਪ੍ਰਜੈਂਟ ਕਰਦਾ ਏ ਦੇ ਸਾਰੇ ਐਲੀਮੈਂਟਸ ਨੂੰ। ਤਾਂ ਅਸੀਂ ਕੋਈ ਏ ਦਾ ਐਲੀਮੈਂਟ ਲੈ ਲਿਆ ਸੀ ਐਕਸ, ਠੀਕ ਹੈ ਨਾ। ਹਮੇਸ਼ਾ ਡੋਮੇਨ ਦੇ ਵਿੱਚ ਅਸੀਂ ਐਕਸ ਲੈਣੇ ਹੁੰਦੇ ਆ, ਤੇ ਰੇਂਜ ਜਿਹੜੀ ਤੁਹਾਡੀ ਕੋਡ ਡੋਮੇਨ ਆ ਉਹ 'ਚ ਅਸੀਂ ਜਦੋਂ ਲਵਾਂਗੇ ਤਾਂ ਵਾਈ ਲਵਾਂਗੇ। ਤਾਂ ਪਹਿਲਾਂ ਅਸੀਂ ਵਾਈ ਲਵਾਂਗੇ, ਕਿਉਂਕਿ ਅਸੀਂ ਇਹਨੂੰ ਚੈੱਕ ਕਰਨਾ ਚਾਹੁੰਦੇ ਹਾਂ ਵੀ ਇਹ ਕਿਸੇ ਦੀ ਇਮੇਜ ਹੈਗੀ ਹੈ ਕਿ ਨਹੀਂ। ਤਾਂ ਅਸੀਂ ਕੀ ਕਰਦੇ ਹਾਂ, ਚੂਜ਼ ਐਨ ਆਰਬਿਟਰੀ ਐਲੀਮੈਂਟ ਵਾਈ ਇਨ ਵੀ, ਤੇ ਪੁੱਟ ਕਰਾਂਗੇ ਐਫ ਐਕਸ ਇਕੁਅਲਸ ਟੂ ਵਾਈ, ਠੀਕ ਹੈ। ਇਹ ਤਾਂ ਸਾਨੂੰ ਗਿਵਨ ਨਹੀਂ ਹੁੰਦਾ ਫੰਕਸ਼ਨ ਦੇ ਵਿੱਚ ਵਾਈ ਇਕੁਅਲ ਟੂ ਐਫ ਐਕਸ। ਇਹਨੂੰ ਸੋਲਵ ਕਰਕੇ ਐਕਸ ਦੀ ਵੈਲਿਊ ਫਾਈਂਡ ਕਰਾਂਗੇ, ਠੀਕ ਹੈ। ਐਕਸ ਦੀ ਵੈਲਿਊ ਫਾਈਂਡ ਕਰਾਂਗੇ ਤਾਂ ਉਹ ਕੁਛ ਇਸ ਤਰੀਕੇ ਦੇ ਆਏਗੀ, ਐਕਸ ਇਕੁਅਲ ਟੂ ਵਾਈ ਦੀ ਕੋਈ ਵਾਈ ਦੀ ਫਾਰਮ ਦੇ ਵਿੱਚ ਕੋਈ ਵੈਲਿਊ ਆ ਜਾਏਗੀ। ਹੁਣ ਅਸੀਂ ਚੈੱਕ ਕਰਾਂਗੇ ਵੀ ਵਾਈ ਦੀਆਂ ਸਾਰੀਆਂ ਵੈਲਿਊਜ਼ ਲਈ ਐਕਸ ਦੀਆਂ ਜਿਹੜੀਆਂ ਵੈਲਿਊਜ਼ ਆ ਰਹੀਆਂ ਨੇ ਉਹ ਇਸ ਡੋਮੇਨ ਦੇ ਵਿੱਚ ਹੈਗੀਆਂ ਜਾਂ ਨਹੀਂ। ਵਾਈ ਦੀਆਂ ਸਾਰੀਆਂ ਵੈਲਿਊਜ਼ ਵੀ ਜੋ ਐਕਸ ਦੀਆਂ ਵੈਲਿਊਜ਼ ਆਉਣਗੀਆਂ ਉਹ ਸਾਰੀਆਂ ਡੋਮੇਨ ਦੇ ਵਿੱਚ ਹੋਣੀਆਂ ਚਾਹੀਦੀਆਂ। ਜੇ ਉਹ ਡੋਮੇਨ ਦੇ ਵਿੱਚ ਨਹੀਂ ਹੈਗੀਆਂ ਤਾਂ ਇਟ ਮੀਨਸ ਫੰਕਸ਼ਨ ਔਨ ਟੂ ਨਹੀਂ ਹੈਗਾ। ਜੇ ਡੋਮੇਨ ਦੇ ਵਿੱਚ ਹੈਗੀਆਂ ਤਾਂ ਔਨ ਟੂ ਫੰਕਸ਼ਨ ਹੈ। ਇਹਦੇ ਲਈ ਆਪਾਂ ਹੋਰ ਇੱਕ ਐਗਜ਼ਾਮਪਲ ਇੱਕ ਦੋ ਡਿਸਕਸ ਕਰ ਲੈਂਦੇ, ਸਮਝ ਲੱਗੇਗੀ ਸਾਨੂੰ। ਜਿਵੇਂ ਆਹ ਦੇਖੋ, ਪਹਿਲਾ ਐਗਜ਼ਾਮਪਲ ਹੈ ਸਾਡੇ ਕੋਲੇ, ਐਫ ਫਰੋਮ ਆਰ ਟੂ ਆਰ। ਇਹਦਾ ਡੋਮੇਨ ਵੀ ਰੀਅਲ ਨੰਬਰ ਦਾ ਸੈੱਟ ਹੈ ਤੇ ਰੇਂਜ ਵੀ ਰੀਅਲ ਨੰਬਰ, ਸੌਰੀ ਕੋ ਡੋਮੇਨ ਵੀ ਰੀਅਲ ਨੰਬਰ ਦਾ ਸੈੱਟ। ਤਾਂ ਐਫ ਐਕਸ ਇਕੁਅਲ ਟੂ ਹੋ ਜਾਏਗਾ, ਸਾਨੂੰ ਦਿੱਤਾ ਹੋਇਆ ਐਫ ਐਕਸ ਇਕੁਅਲ ਟੂ ਐਕਸ ਕਿਊਬ ਪਲੱਸ 2। ਚੈੱਕ ਕਰਨਾ ਚਾਹੁੰਦੇ ਹਾਂ ਵੀ ਇਹ ਔਨ ਟੂ ਹੈ ਜਾਂ ਨਹੀਂ। ਤਾਂ ਅਸੀਂ ਕੀ ਕਰਾਂਗੇ, ਇਹਦੀ ਜਿਹੜਾ ਕੋ ਡੋਮੇਨ ਹੈ ਉਹਦੇ 'ਚ ਇੱਕ ਐਲੀਮੈਂਟ ਲੈਣਾ ਐਕਸ ਵਾਈ, ਲੈਟ ਵਾਈ ਬਿਲੋਂਗਸ ਟੂ ਆਰ ਸੱਚ ਦੈਟ ਐਫ ਐਕਸ ਇਕੁਅਲ ਟੂ ਵਾਈ। ਐਫ ਐਕਸ ਦੀ ਭਰ ਦਿਓ ਵੈਲਿਊ ਐਕਸ ਕਿਊਬ ਪਲੱਸ 2 ਇਕੁਅਲਸ ਟੂ ਵਾਈ। ਇੱਥੋਂ ਐਕਸ ਕਿਊਬ ਫਾਈਂਡ, ਐਕਸ ਦੀ ਵੈਲਿਊ ਫਾਈਂਡ ਕਰਨਾ ਚੱਲਦੇ, ਪਹਿਲਾਂ 2 ਨੂੰ ਇੱਧਰ ਲੈ ਜਾਓ ਤਾਂ ਐਕਸ ਕਿਊਬ ਇਕੁਅਲਸ ਟੂ ਵਾਈ ਮਾਈਨਸ 2 ਆ ਜਾਏਗਾ, ਤੇ ਐਕਸ ਦੀ ਵੈਲਿਊ ਆ ਜਾਏਗੀ ਵਾਈ ਮਾਈਨਸ 2 ਦਾ ਕਿਊਬ ਰੂਟ, ਕਿਉਂਕਿ ਕਿਊਬ ਦੀ ਵੈਲਿਊ ਹੈ ਤਾਂ ਐਕਸ ਦੀ ਵੈਲਿਊ ਫਾਈਂਡ ਕਰਨਾ ਤੇ ਕਿਊਬ ਰੂਟ ਲੈਣਾ ਪਏਗਾ। ਤੇ ਹੁਣ ਅਸੀਂ ਜਾਣਦੇ ਹਾਂ ਵਾਈ ਦੀ ਜੋ ਮਰਜ਼ੀ ਵੈਲਿਊ ਤੁਸੀਂ ਇੱਥੇ ਪੁੱਟ ਕਰੋ, ਇਸ ਜਗ੍ਹਾ ਤੇ ਵਾਈ ਦੀ ਜੋ ਵੀ ਮਰਜ਼ੀ ਵੈਲਿਊ ਤੁਸੀਂ ਪੁੱਟ ਕਰੋਗੇ, ਆ ਜਿਹੜਾ ਇਹਦਾ ਆਨਸਰ ਆਏਗਾ ਉਹ ਰੀਅਲ ਨੰਬਰ ਆਏਗਾ। ਯਾਨੀ ਜਿੰਨੇ ਵੀ ਆਨਸਰ ਆਉਣਗੇ ਸਾਰੇ ਰੀਅਲ ਆਉਣਗੇ। ਕਿਵੇਂ, ਜਿਵੇਂ ਤੁਸੀਂ ਵਾਈ ਦੀ ਵੈਲਿਊ ਮੰਨ ਲਓ 2 ਤੋਂ ਵੱਡੀ ਭਰ ਦਿੰਦੇ ਤਾਂ ਆ ਇੱਕ ਪੋਜ਼ਿਟਿਵ ਨੰਬਰ ਹੋ ਜਾਏਗਾ 2 ਤੋਂ ਵੱਡਾ ਭਰਨ ਤੇ। ਪੋਜ਼ਿਟਿਵ ਹੋਣ ਨਾਲ ਕੀ ਹੋ ਜਾਏਗਾ, ਪੋਜ਼ਿਟਿਵ ਦਾ ਕਿਊਬ ਰੂਟ ਕੱਢੋਗੇ ਤਾਂ ਰੀਅਲ ਨੰਬਰ ਦਾ ਕਿਊਬ ਰੂਟ ਰੀਅਲ ਹੀ ਹੁੰਦਾ, ਠੀਕ ਹੈ ਕਿ। ਐਸੇ ਤਰ੍ਹਾਂ ਜੇ 2 ਤੋਂ ਛੋਟੀ ਵੈਲਿਊ ਹੋਏਗੀ ਤਾਂ ਵੀ ਮਾਈਨਸ, ਮਤਲਬ 2 ਤੋਂ ਛੋਟਾ ਲੈ ਲਓ, ਕੋਈ 1 ਲੈ ਲਓ, ਤਾਂ ਇਹਦਾ ਆ ਇੱਕ ਨੈਗੇਟਿਵ ਨੰਬਰ ਬਣ ਜਾਏਗਾ, ਉਹਦਾ ਕਿਊਬ ਰੂਟ ਵੀ ਰੀਅਲ ਨੰਬਰ ਹੁੰਦਾ। ਤੇ ਜਦੋਂ ਅਸੀਂ 0 ਭਰਾਂਗੇ ਤਾਂ ਵੀ ਰੀਅਲ ਹੋਏਗਾ। ਤਾਂ ਹਰੇਕ ਵੈਲਿਊ ਵਾਈ ਦੀ ਜੋ ਮਰਜ਼ੀ ਵੈਲਿਊ ਭਰ ਲਓ, ਐਕਸ ਦੀ ਇੱਕ ਰੀਅਲ ਵੈਲਿਊ ਆਏਗੀ, ਠੀਕ ਹੈ। ਯਾਨੀ ਵਾਈ ਦੀ ਹਰੇਕ ਵੈਲਿਊ ਲਈ ਐਕਸ ਜੋ ਨਿਕਲੇਗਾ ਉਹ ਬਿਲੋਂਗਸ ਟੂ ਆਰ ਹੋਏਗਾ। ਆਰ ਕਿਹੜਾ, ਡੋਮੇਨ ਵਾਲਾ, ਠੀਕ ਹੈ। ਤਾਂ ਇਹਦਾ ਮਤਲਬ ਕੀ ਹੋਏਗਾ, ਇਸ ਤੋਂ ਬਾਅਦ ਇੱਕ ਚੀਜ਼ ਇੱਥੇ ਲਿਖਣੀ ਰਹਿ ਗਈ, ਉਹ ਮੈਂ ਲਿਖ ਦਿੰਦਾ ਇੱਥੇ। ਕਲੀਅਰ ਹੁਣ ਕੀ ਹੋਇਆ, ਪਹਿਲਾਂ ਫॉर ਐਵਰੀ ਵਾਈ ਬਿਲੋਂਗਸ ਟੂ ਆਰ ਦੇਅਰ ਐਗਜ਼ਿਸਟ ਐਕਸ, ਜਿਹਦੀ ਆਹ ਵੈਲਿਊ ਹੈ ਇਹ ਵੀ ਬਿਲੋਂਗਸ ਟੂ ਆਰ ਹੈ। ਇਹ ਕਿੱਦਾਂ ਦਾ ਵਾਈ ਸੱਚ ਦੈਟ ਆਪਾਂ ਇੱਥੇ ਲਿਖਣਾ ਹੈ। ਇਹਦੇ 'ਚ ਇੱਕ ਚੀਜ਼ ਫਾਈਂਡ ਕਰਨੀ ਹੁੰਦੀ ਹੈ, ਉਹ ਅਸੀਂ ਫਾਈਂਡ ਕਰਨੀ ਹੈ ਐਫ ਐਕਸ ਦੀ ਵੈਲਿਊ। ਐਕਸ ਦੀ ਅਸੀਂ ਵੈਲਿਊ ਪੁੱਟ ਕਰਨੀ ਹੈ, ਉਹਦੇ ਤੋਂ ਐਫ ਐਕਸ ਦੀ ਵੈਲਿਊ ਫਾਈਂਡ ਕਰਨੀ ਹੈ, ਅਤੇ ਉਹ ਜਿਹੜੀ ਵੈਲਿਊ ਆ ਉਹ ਵਾਈ ਦੇ ਇਕੁਅਲ ਹੋਣੀ ਚਾਹੀਦੀ ਹੈ। ਤਾਂ ਐਫ ਐਕਸ ਇਕੁਅਲ ਟੂ ਕੀ ਹੋਏਗਾ, ਐਕਸ ਦੀ ਵੈਲਿਊ ਪੁੱਟ ਕਰ ਦਿਓ ਪਹਿਲਾਂ। ਐਫ ਐਕਸ ਦੀ ਵੈਲਿਊ ਹੈਗੀ ਆ ਵਾਈ ਮਾਈਨਸ 2 ਦੀ ਪਾਵਰ 1/3, ਠੀਕ ਹੈ। ਅਤੇ ਹੁਣ ਐਫ ਐਕਸ ਦੀ ਡੈਫੀਨੇਸ਼ਨ ਕੀ ਸੀਗੀ, ਐਫ ਐਕਸ ਇਕੁਅਲ ਟੂ ਐਕਸ ਕਿਊਬ ਪਲੱਸ 2। ਇਹਦਾ ਮਤਲਬ ਜੇ ਇਹਦਾ ਅਸੀਂ ਐਫ ਫਾਈਂਡ ਕਰਨਾ ਚਾਹੁੰਦੇ ਹਾਂ ਤਾਂ ਇਹਦਾ ਕਿਊਬ -2 ਹੋ ਜਾਏਗਾ, ਪਲੱਸ 2 ਹੋ ਜਾਏਗਾ, ਠੀਕ ਹੈ ਨਾ। ਤੇ ਇਹਦਾ ਕਿਊਬ ਕੀ ਹੋਏਗਾ, ਬੋਲੋ, ਵਾਈ ਮਾਈਨਸ 2 ਦੇ ਸਕੁਆਇਰ ਰੂਟ ਦਾ ਕਿਊਬ ਰੂਟ ਦਾ ਕਿਊਬ, ਤਾਂ ਇਹ ਹੋ ਜਾਏਗਾ ਵਾਈ ਮਾਈਨਸ 2 ਹੀ ਹੋ ਜਾਏਗਾ, ਪਲੱਸ 2 ਬਾਹਰ ਪਹਿਲਾਂ ਹੀ ਹੈਗਾ, 2 ਕੈਂਸਲ ਹੋ ਕੇ ਵਾਈ ਹੀ ਆਂਸਰ ਆਏਗਾ। ਯਾਨੀ ਐਫ ਐਕਸ ਜਦੋਂ ਅਸੀਂ ਫਾਈਂਡ ਕਰਿਆ ਤਾਂ ਉਹਦੀ ਵੈਲਿਊ ਵਾਈ ਹੀ ਆ ਗਈ। ਇਹ ਚੀਜ਼ ਅਸੀਂ ਨਾਲ ਕਰਨੀ ਹੈ ਹਰ ਵਾਰੀ, ਠੀਕ ਹੈ ਨਾ। ਜੇ ਇਹ ਚੀਜ਼ ਬਿਲੋਂਗਸ ਟੂ ਆਰ ਆ ਰਹੀ ਹੈ, ਬਿਲੋਂਗਸ ਟੂ ਡੋਮੇਨ ਆ ਰਹੀ ਹੈ ਐਕਸ ਦੀ ਵੈਲਿਊ, ਤਾਂ ਉਹ ਤੋਂ ਬਾਅਦ ਅਸੀਂ ਆਹ ਚੀਜ਼ ਹੋਰ ਲਿਖਣੀ, ਸੱਚ ਦੈਟ ਲਿਖ ਕੇ
इस तरह इक्वल्स टू वाई आना चाहिए, जे आ गया तो समझ लो ये जो साडा फंक्शन है ऑन टू फंक्शन। नैक्सट देखो दूसरा साडे कोल हैगा एक्स स्क्वेयर प्लस 2। ਅਸੀਂ ਕੀ ਕਰਿਆ ਇਹਦੇ ਵਿੱਚ ਵੀ ਅਸੀਂ ਕੋਡੋਮੇਨ ਚ ਇੱਕ ਐਲੀਮੈਂਟ ਲੈ ਲਿਆ y ਸੱਚ ਦੈਟ y x y f x ਇਕੁਅਲਸ ਟੂ y f x ਦੀ ਵੈਲਿਊ ਪੁੱਟ ਕਰ ਦਿਓ x ਸਕੁਅਰ ਪਲਸ 2 ਇਕੁਅਲਸ ਟੂ y ਤਾਂ x ਸਕੁਅਰ ਹੋ ਜਾਏਗਾ y ਮਾਈਨਸ 2 ਤਾਂ x ਇਕੁਅਲਸ ਟੂ ਹੋ ਜਾਏਗਾ ਸਕੁਆਇਰ ਰੂਟ ਆਫ y ਮਾਈਨਸ 2। ਹੁਣ ਅਸੀਂ ਜਾਣਦੇ ਹਾਂ ਵੀ y ਦੀ ਹਰੇਕ ਵੈਲਿਊ y ਕੀ ਹੈ ਰੀਅਲ ਨੰਬਰਸ ਨੇ y ਇਹਦੇ ਚ ਲਿਆ ਨਾ y ਕੋਡੋਮੇਨ ਚ ਤਾਂ ਰੀਅਲ ਨੰਬਰ ਨੇ ਸਾਰੇ ਰੀਅਲ ਨੰਬਰਸ ਲਈ ਆ ਜਿਹੜਾ ਸਕੁਆਇਰ ਰੂਟ ਹੈ ਇਹ ਰੀਅਲ ਨਹੀਂ ਹੋਏਗਾ। ਅਸੀਂ ਪਿਛਲੇ ਸਾਲ ਵੀ ਕੀਤਾ ਸੀਗਾ ਕਿ y ਮਾਈਨਸ 2 ਵਿਲ ਬੀ ਰੀਅਲ ਇੱਦਾਂ ਲਿਖਿਆ ਸੀ y ਮਾਈਨਸ 2 ਵਿਲ ਬੀ ਰੀਅਲ ਕਦੋਂ ਰੀਅਲ ਹੋਏਗਾ ਜਦੋਂ y ਮਾਈਨਸ ਵੈਨ y ਮਾਈਨਸ 2 ਇਜ਼ ਗ੍ਰੇਟਰ ਦੈਨ ਇਕੁਅਲ ਟੂ 0 ਦੈਟ ਮੀਨਸ y ਇਜ਼ ਗ੍ਰੇਟਰ ਦੈਨ ਇਕੁਅਲ ਟੂ 0। ਜੇ ਇਹ ਚੀਜ਼ ਨਹੀਂ ਹੈਗੀ ਤਾਂ y ਰੀਅਲ ਸੌਰੀ y ਮਾਈਨਸ 2 ਹੈ ਜਿਹੜਾ ਰੀਅਲ ਨਹੀਂ ਹੋਏਗਾ। ਠੀਕ ਹੈ ਕਿ ਤਾਂ ਇਹਦਾ ਮਤਲਬ ਜਦੋਂ y ਦੀ ਵੈਲਿਊ 2 ਤੋਂ ਛੋਟੀ ਹੋਏਗੀ ਤਾਂ ਉਦੋਂ ਆ ਚੀਜ਼ ਇਹਦਾ ਜਿਹੜਾ ਸਕੁਆਇਰ ਰੂਟ ਹੈ ਸੌਰੀ ਇਹਦਾ ਸਕੁਆਇਰ ਰੂਟ ਲਿਖੋ ਸਕੁਆਇਰ ਰੂਟ ਆਫ x ਇਕੁਅਲਸ ਟੂ ਦਿਸ ਵਿਲ ਬੀ ਰੀਅਲ ਤਾਂ x ਰੀਅਲ ਨਹੀਂ ਹੋਏਗਾ। ਕਦੋਂ ਨਹੀਂ ਹੋਏਗਾ ਜਦੋਂ y ਦੀ ਵੈਲਿਊ 2 ਤੋਂ ਛੋਟੀ ਹੋਏਗੀ। ਤਾਂ ਇਹਦਾ ਮਤਲਬ y ਦੀ ਵੈਲਿਊ ਜਦੋਂ 2 ਤੋਂ ਛੋਟੀ ਹੈ ਦੇयर ਐਗਜ਼ਿਸਟ ਨੋ ਪ੍ਰੀ ਇਮੇਜ ਇਨ ਆਰ। ਠੀਕ ਹੈ ਕਿ ਉਹ 'ਚ x ਦੀ ਵੈਲਿਊ ਹੀ ਨਹੀਂ ਨਿਕਲ ਰਹੀ ਤਾਂ ਇਹਦਾ ਮਤਲਬ y ਦੀ ਵੈਲਿਊ ਜਦੋਂ 2 ਤੋਂ ਛੋਟੀ ਹੋਏਗੀ ਤਾਂ ਪ੍ਰੀ ਇਮੇਜਸ ਨਹੀਂ ਬਣਨਗੀਆਂ ਤੇ ਪ੍ਰੀ ਇਮੇਜਸ ਨਹੀਂ ਬਣਨੀਆਂ ਤਾਂ y f ਹੈ ਜਿਹੜਾ ਔਨ ਟੂ ਨਹੀਂ ਹੋਏਗਾ। y ਤੋਂ 2 ਤੋਂ ਛੋਟੀਆਂ ਵੈਲਿਊਜ਼ ਲਈ ਇਮੇਜਸ ਹੈ ਹੀ ਨਹੀਂ ਗਾ ਪ੍ਰੀ ਇਮੇਜਸ ਹੈ ਹੀ ਨਹੀਂ ਗਾ ਸੱਜੇ ਪਾਸੇ ਖੱਬੇ ਪਾਸੇ ਤਾਂ ਅਸੀਂ ਕਹਿ ਸਕਦੇ ਹਾਂ f ਇਜ਼ ਨਾਟ ਔਨ ਟੂ। ਠੀਕ ਹੈ ਕਿ ਇਸੇ ਤਰ੍ਹਾਂ ਆ ਦੇਖੋ ਲਾਸਟ ਜਿਹੜਾ ਹੈਗਾ f ਫਰੋਮ z ਟੂ z ਹੈ ਯਾਨੀ ਇੰਟੀਜਰਸ ਹੈ। ਠੀਕ ਹੈ ਨਾ ਐਫ ਐਕਸ ਇਕੁਅਲ ਟੂ 3x ਪਲਸ 2 ਤਾਂ ਅਸੀਂ ਇੱਕ ਅਸੀਂ ਦਾ ਕੋਡ ਮੇਨ ਸੀ ਉਹ 'ਚ ਅਸੀਂ ਇੱਕ ਐਲੀਮੈਂਟ ਲੈ ਲਿਆ y ਐਫ ਐਕਸ ਇਕੁਅਲ ਟੂ y ਲਿਖ ਲਿਆ ਐਫ ਐਕਸ ਦੀ ਵੈਲਿਊ ਭਰਤੀ ਇਹ 'ਚੋਂ 3x ਇਕੁਅਲ ਟੂ y ਮਾਈਨਸ 2 ਆ ਜਾਏਗਾ x ਇਕੁਅਲ ਟੂ ਕੱਢਾਂਗੇ ਤਾਂ y ਮਾਈਨਸ 2 ਬਾਈ 3 ਹੋ ਜਾਏਗਾ। ਹੁਣ ਇਹ ਜਿਹੜਾ ਆਨਸਰ ਆਇਆ ਹੈ ਇਹ y ਦੀਆਂ ਸਾਰੀਆਂ ਵੈਲਿਊਜ਼ ਲਈ ਬਿਲੋਂਗਸ ਟੂ z ਹੋਣਾ ਚਾਹੀਦਾ ਜੇ ਅਸੀਂ ਚਾਹੁੰਦੇ ਹਾਂ ਵੀ ਜੇ ਇਹਨੂੰ ਅਸੀਂ ਔਨ ਟੂ ਬਣਾਉਣਾ ਚਾਹੁੰਦੇ ਹਾਂ। ਪਰ ਤੁਸੀਂ ਦੇਖੋ ਇਹ y ਦੀਆਂ ਸਾਰੀਆਂ ਵੈਲਿਊਜ਼ ਲਈ ਬਿਲੋਂਗਸ ਟੂ z ਨਹੀਂ ਹੈਗਾ। ਕਿਉਂ ਨਹੀਂ ਹੈਗਾ ਕਿਉਂਕਿ ਜਦੋਂ ਅਸੀਂ y ਦੀ ਵੈਲਿਊ 0 ਪੁੱਟ ਕਰਾਂਗੇ ਆ ਬਟੇ 4 ਹੀ ਆ ਸੰਖਿਆ ਹੈ ਨਾ ਬਟੇ ਤਾਂ z ਵਾਲੇ ਜਿਹੜੇ z ਦੇ ਜਿਹੜੇ ਐਲੀਮੈਂਟਸ ਨੇ ਇੰਟੀਜਰਸ ਹੁੰਦੇ ਆ ਉਹਦੇ 'ਚ ਤਾਂ ਬਟਾ ਹੁੰਦਾ ਹੀ ਨਹੀਂਗਾ ਤਾਂ ਇਹ ਬਟੇ ਵਾਲੀ ਸੰਖਿਆ ਹੁਣ ਇਹ 'ਚ ਜੇ ਅਸੀਂ 0 ਪੁੱਟ ਕਰੀਏ ਸੀ ਤਾਂ y ਦੀ ਵੈਲਿਊ ਜਦੋਂ 0 ਪੁੱਟ ਕਰਾਂਗੇ ਤਾਂ ਇਹਦਾ ਆਨਸਰ ਆ ਜਾਊਗਾ -2/3 ਤੇ ਉਹਦਾ ਇਹਦੇ 'ਚ ਹੈ ਹੀ ਨਹੀਂਗਾ z 'ਚ y ਦੀ ਵੈਲਿਊ 0 ਹੋ ਸਕਦੀ ਹੈ y ਦੀ ਵੈਲਿਊ 0 ਕਿਉਂਕਿ y ਕੀ ਇੰਟੀਜਰ ਹੈ ਤੇ 0 ਵੀ ਤਾਂ ਇੰਟੀਜਰ ਹੈ। ਇਹਦਾ ਮਤਲਬ ਜੇ y ਦੀ ਵੈਲਿਊ ਕੁਛ ਇਹੋ ਜਿਹੇ ਇੰਟੀਜਰ ਹੈਗੇ ਆ ਜਦੋਂ ਅਸੀਂ y ਦੀ ਵੈਲਿਊ ਉਹਨਾਂ ਦੀ ਥਾਂ 'ਤੇ ਭਰਾਂਗੇ ਤਾਂ x ਹੈ ਜਿਹੜਾ ਉਹ ਇੰਟੀਜਰ ਨਹੀਂ ਰਹਿਣਾ। ਠੀਕ ਹੈ ਕਿ ਹਾਂ x ਦੀ ਜੇ ਵੈਲਿਊ ਅਸੀਂ y ਦੀ ਵੈਲਿਊ 2 ਭਰ ਦਈਏ ਫਿਰ ਇੰਟੀਜਰ ਬਣ ਜਾਊਗਾ y ਦੀ ਥਾਂ 'ਤੇ ਜੇ ਅਸੀਂ 2 ਭਰ ਦਿਆਂਗੇ ਤਾਂ ਇੰਟੀਜਰ 2 - 2/3 ਬਣ ਜਾਊਗਾ ਇਹਦੀ ਵੈਲਿਊ 0 ਆ ਜਾਏਗੀ ਇਹ ਬਿਲੋਂਗਸ ਟੂ z ਹੈ। ਤੇ ਜਦੋਂ ਅਸੀਂ y ਦੀ ਵੈਲਿਊ 1 ਭਰਾਂਗੇ ਤਾਂ ਵੀ ਇੰਟੀਜਰ ਨਹੀਂ ਬਣਨਾ ਦੇਖੋ 1 - 2/3 ਬਣ ਜਾਊ ਇਹਦੀ ਵੈਲਿਊ -1/3 ਆ ਜਾਊਗੀ ਇਹ ਵੀ ਇੰਟੀਜਰ ਨਹੀਂ ਹੈਗਾ। ਠੀਕ ਹੈ ਕਿ ਤਾਂ ਕੁਛ ਵੈਲਿਊਜ਼ ਲਈ ਇੰਟੀਜਰ ਵੈਲਿਊ ਆ ਰਹੀ ਹੈ ਕੁਛ ਲਈ ਨਹੀਂ ਆ ਰਹੀ ਯਾਨੀ ਕੁਛ ਦੀ ਪ੍ਰੀ ਇਮੇਜ ਹੈਗੀ ਹੈ ਕੁਛ ਦੀ ਪ੍ਰੀ ਇਮੇਜ ਹੈ ਨਹੀਂ ਗੀ। ਇਟ ਮੀਨਸ ਇਹ ਕਿਹੜਾ ਹੈਗਾ ਜਿਹੜਾ ਫੰਕਸ਼ਨ ਹੈ ਇਹ ਔਨ ਟੂ ਨਹੀਂ ਹੈ। ਠੀਕ ਹੈ ਨਾ ਅੱਗੇ ਆ ਗਿਆ ਬਾਈਜੈਕਸ਼ਨ ਉਹ ਫੰਕਸ਼ਨ ਹੁੰਦਾ ਬਾਈਜੈਕਸ਼ਨ ਜਿਹੜਾ 1 ਵੀ ਹੋਵੇ ਔਨ ਟੂ ਹੋਵੇ ਯਾਨੀ ਇੰਜੈਕਸ਼ਨ ਵੀ ਹੋਵੇ ਤੇ ਸਬਜੈਕਸ਼ਨ ਵੀ ਹੋਵੇ। ਠੀਕ ਹੈ ਜੀ ਤਾਂ a function f from a to b is a bijection if it is 1 as well as on 2 ਜਾਂ ਦੂਸਰੇ ਵਰਡ 'ਚ ਅਸੀਂ ਕਹੀਏ a function f from a to b is a bijection if it is 1 and ਦੂਜੇ ਨੰਬਰ ਤੇ on 2 1 ਵਾਸਤੇ ਤੁਹਾਨੂੰ ਪਤਾ ਅਸੀਂ ਕਿਵੇਂ ਕਰਦੇ ਹੁੰਦੇ ਵੀ fx equals to fy ਲੈ ਲਿਆ ਜਾਂ fx1 equals to fx2 ਲੈ ਲਿਆ ਇੱਥੋਂ ਕੀ ਆਉਣਾ ਚਾਹੀਦਾ x1 equals to x2 ਆਉਣਾ ਚਾਹੀਦਾ ਸੀਗਾ। ਇੱਥੇ ਹੁਣ ਅਸੀਂ ਦੋਨੇ fxy ਜਿਹੜੇ ਇਹ 'ਚ ਲੈ ਲਏ ਇਹ ਸਿਰਫ ਐਗਜ਼ਾਮਪਲ ਹੈ। ਠੀਕ ਹੈ ਕਿ ਨਹੀਂ ਤਾਂ ਇਸ ਤਰੀਕੇ ਨਾਲ ਅਸੀਂ ਪ੍ਰੂਵ ਕਰਨ ਅਸੀਂ ਜਾਣਦੇ ਹਾਂ ਇਹਦੇ ਬਾਰੇ ਆ ਜਿਹੜੀਆਂ ਗੱਲਾਂ ਇੱਥੇ ਲਿਖੀਆਂ ਹੋਈਆਂ ਤਾਂ ਇਹ 1 ਵੀ ਹੋਣਾ ਚਾਹੀਦਾ ਔਨ ਟੂ ਵੀ ਹੋਣਾ ਤੇ 1 ਤੇ ਔਨ ਟੂ ਅਸੀਂ ਉੱਤੇ
फाइंड करने सीख के आए हैं कि इस तरीके नाल असीं कर सकते। ਇਹਦੀ ਇਲਸਟ੍ਰੇਸ਼ਨ ਤੁਹਾਨੂੰ ਦਿੱਤੀ ਹੋਈ ਹੈ, देखो A1 B3 A2 है जो B4 ने एसोसीएटेड है, A3 B1 ने एसोसीएटेड है, A4 B2 ने एसोसीएटेड है। तो तुसीं देख रहे हो सारे ही ਜਿਹੜੇ ਐਲੀਮੈਂਟਸ ਨੇ A ਦੇ ਉਹਨਾਂ ਦੀ ਆਪਦੀ ਇਮੇਜ ਬਣਦੀ ਹੈ ਤੇ ਹਰੇਕ ਦੀ ਜਿਹੜੀ ਹੈਗੀ ਹੈ ਇੱਕ ਜਿਹੜਾ ਹੈਗਾ ਹਰੇਕ ਦੀ ਇਹਦੇ ਚੋਂ ਜਿਹੜੀ ਪ੍ਰੀ ਇਮੇਜ ਇੱਕ ਹੀ ਹੈ, ਠੀਕ ਹੈ ਨਾ। 1 ਦੀ ਹਰੇਕ ਦੀ ਅੱਡ ਇਮੇਜ ਬਣ ਰਹੀ ਹੈ, ਤਾਂ A1 A2 A3 A4 ਸਭ ਦੀ ਅੱਡ ਇਮੇਜ ਹੈ, ਠੀਕ ਹੈ ਨਾ। ਮਤਲਬ 1 1 ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਵੀ B ਦੇ ਵਿੱਚ ਕੋਈ ਵੀ ਐਲੀਮੈਂਟ ਇਹੋ ਜਿਹਾ ਨਹੀਂ ਜਿਹਦੀ ਪ੍ਰੀ ਇਮੇਜ ਨਾ ਹੋਵੇ, ਇਹਦਾ ਮਤਲਬ ਇਹ ਔਨ ਟੂ ਵੀ ਹੈ। ਇਹ 1 1 ਔਨ ਟੂ ਇਸ ਕਰਕੇ ਇਹਨੂੰ ਅਸੀਂ ਬਾਈਜੈਕਸ਼ਨ ਕਹਿ ਸਕਦੇ ਹਾਂ। ਤਾਂ ਇਹ 'ਚ ਇੱਕ ਲਾਸਟ ਗੱਲ ਅਸੀਂ ਹੋਰ ਨੋਟ ਕਰਨੀ ਹੈ ਵੀ ਜੇ F ਇੱਕ ਫੰਕਸ਼ਨ ਹੈ A to B, ਜੇ ਉਹ ਇੰਜੈਕਸ਼ਨ ਹੋਵੇ, ਇੰਜੈਕਸ਼ਨ ਮਤਲਬ 1 1 ਹੋਵੇ, ਤਾਂ A ਦੇ ਵਿੱਚ ਐਲੀਮੈਂਟਸ ਦਾ ਨੰਬਰ ਆਫ ਐਲੀਮੈਂਟਸ ਇਨ A ਜਾਂ A ਦਾ ਆਰਡਰ ਜਿਹਨੂੰ ਆਪਾਂ ਕਹਿੰਦੇ ਹਾਂ ਉਹ B ਤੋਂ ਛੋਟਾ ਜਾਂ ਬਰਾਬਰ ਹੋਏਗਾ। ਕਿਵੇਂ ਹੋਏਗਾ? ਦੇਖੋ 1 1 ਵਾਲਾ ਕੋਈ ਆਪਾਂ ਇੱਥੇ ਦੇਖ ਲੈਂਦੇ ਹਾਂ, ਜਿੱਥੇ 1 1 ਹੈਗਾ ਆ ਦੇਖੋ ਇਹਦੇ 'ਚ A ਦੇ ਸਾਰੇ ਐਲੀਮੈਂਟਸ B ਦੇ, ਹੁਣ ਇਹ 'ਚ ਕੀ ਹੈ A ਦਾ ਹਰੇਕ ਐਲੀਮੈਂਟ B ਦੇ ਵੱਖੋ ਵੱਖਰੇ ਐਲੀਮੈਂਟਸ ਨਾਲ ਰਿਲੇਟਡ ਹੈ, ਯਾਨੀ A 'ਚ ਜਿੰਨੇ ਐਲੀਮੈਂਟ ਹੈ B 'ਚ ਉਨੇ ਤਾਂ ਹੋਣੇ ਹੀ ਹੋਣੇ, ਠੀਕ ਹੈ ਕਿ ਉਹਦੇ ਤੋਂ ਜੇ ਵੱਧ ਹੈ ਵੱਧ ਹੋ ਸਕਦੇ ਆ, ਘੱਟ ਨਹੀਂ ਹੋ ਸਕਦੇ। ਤਾਂ ਇਹਦਾ ਮਤਲਬ A ਦੇ ਵਿੱਚ ਜਿਹੜੇ ਨੰਬਰ ਆਫ ਐਲੀਮੈਂਟਸ ਹੈ ਉਹ B ਤੋਂ ਜਾਂ ਤਾਂ ਘੱਟ ਹੋਣਗੇ ਤੇ ਜਾਂ ਬਰਾਬਰ ਹੋ ਸਕਦੇ। ਬੜੇ ਤੋਂ ਬੜਾ ਇਹ ਹੋ ਸਕਦਾ ਸੀ ਇੱਥੇ B5 ਨਾ ਹੁੰਦਾ ਤਾਂ A ਤੇ B ਦੇ ਐਲੀਮੈਂਟਸ ਜਿਹੜੇ ਬਰਾਬਰ ਹੋ ਸਕਦੇ ਸੀ, ਪਰ ਉਹ ਤੋਂ ਵੱਧ ਨਹੀਂ ਹੋ ਸਕਦੇ। ਇਹ 'ਚ ਕੀ ਹੋਏਗਾ? ਹੁਣ ਫਿਰ ਇਹੀ ਗੱਲ ਅਸੀਂ ਇੱਥੇ ਲਿਖੀ ਹੈ ਵੀ ਜੇ A ਜੇ F ਸਾਡਾ 1 1 ਹੈ ਤਾਂ A ਦੇ ਵਿੱਚ ਨੰਬਰ ਆਫ ਐਲੀਮੈਂਟਸ B ਤੋਂ ਘੱਟ ਜਾਂ ਬਰਾਬਰ ਹੋਣਗੇ, ਤੇ ਜੇ F ਜਿਹੜਾ ਹੈਗਾ ਔਨ ਟੂ ਹੈ, ਸਰਜੈਕਸ਼ਨ ਹੈ, ਤਾਂ ਕੀ ਹੋਏਗਾ? A ਦੇ ਵਿੱਚ ਨੰਬਰ ਆਫ ਐਲੀਮੈਂਟਸ B ਤੋਂ ਵੱਧ ਜਾਂ ਬਰਾਬਰ ਹੋਣਗੇ। ਜਿਵੇਂ ਇੱਥੇ ਆ ਸੀਗਾ ਸਾਡੇ ਕੋਲ, ਦੇਖੋ ਇੱਕ ਤੋਂ ਇੱਕ ਦੋ ਐਲੀਮੈਂਟਸ ਦੀ ਇੱਕ ਇਮੇਜ ਬਣ ਰਹੀ ਹੈ, ਤਾਂ ਇਹਦੇ 'ਚ ਜਿੰਨੇ ਐਲੀਮੈਂਟ ਆ ਉਸ ਤੋਂ ਇੱਥੇ ਘੱਟ ਹੀ ਹੋਣਗੇ, ਬਰਾਬਰ ਨਹੀਂ ਹੋ ਸਕਦੇ, ਠੀਕ ਹੈ ਕਿ ਇੱਥੇ ਹਮੇਸ਼ਾ ਘੱਟ ਹੋਣਗੇ, ਠੀਕ ਹੈ ਨਾ। ਤਾਂ ਇਹਦੇ 'ਚ ਹਮੇਸ਼ਾ ਲੈਸ ਦੈਨ ਜਾਂ ਇਕੁਅਲ ਟੂ ਹੋ ਸਕਦੇ, ਠੀਕ ਹੈ। ਯਾਨੀ A ਦੇ ਵਿੱਚ ਨੰਬਰ ਆਫ ਐਲੀਮੈਂਟਸ ਆ ਜਿਹੜੇ ਉਹ B ਤੋਂ ਜ਼ਿਆਦਾ ਜਾਂ ਬਰਾਬਰ ਹੋ ਸਕਦੇ, ਤੇ ਜੇ ਬਾਈਜੈਕਸ਼ਨ ਹੋਵੇ ਤਾਂ ਬਰਾਬਰ ਹੋਣਗੇ ਕਿਉਂਕਿ ਸਭ ਦੀ ਅੱਡ ਇਮੇਜ ਬਣਦੀ ਹੈ ਤੇ ਨੰਬਰ ਆਫ ਐਲੀਮੈਂਟਸ ਛੁੱਟ ਵੀ ਨਹੀਂ ਰਿਹਾ ਕੋਈ। ਤਾਂ ਇਹ 'ਚ ਕੀ ਹੋਏਗਾ? ਇਹ ਚੀਜ਼ ਬਰਾਬਰ ਹੋਏਗੀ। ਸਾਨੂੰ ਕਿਤੇ ਨਾ ਕਿਤੇ ਇਹ ਚੀਜ਼ ਸਾਡੇ ਕੰਮ ਆਉਂਦੀ ਹੈ, ਇਹਨੂੰ ਖਿਆਲ ਰੱਖਣਾ। 1 ਮਾਰਕ ਵਾਲੇ ਕੁਐਸਚਨ 'ਚ ਵੀ ਇਹ ਚੀਜ਼ ਸਾਡੇ ਕੰਮ ਆ ਸਕਦੀ ਹੈ ਵੀ ਜੇ 1 1 ਹੈ ਤਾਂ A ਦੇ ਵਿੱਚ ਐਲੀਮੈਂਟ ਘੱਟ ਹੋਣਗੇ, ਜੇ ਔਨ ਟੂ ਹੈ ਤਾਂ B 'ਚ ਐਲੀਮੈਂਟ ਘੱਟ ਹੋ ਸਕਦੇ ਆ, ਤੇ ਜੇ ਬਾਈਜੈਕਸ਼ਨ ਆ ਤਾਂ ਦੋਹਾਂ ਦੇ ਵਿੱਚ ਨੰਬਰ ਆਫ ਐਲੀਮੈਂਟਸ ਜਿਹੜੇ ਉਹ ਬਰਾਬਰ ਹੋਣਗੇ। ਆ 3 ਜਿਹੜੇ ਰਿਜ਼ਲਟਸ ਨੇ ਸਾਡੇ, ਇਹਨਾਂ ਨੂੰ ਚੰਗੀ ਤਰ੍ਹਾਂ ਦਿਮਾਗ ਦੇ ਵਿੱਚ ਉਠਾ ਲੈਣਾ। ਸੋ ਅੱਜ ਆਪਾਂ ਇੱਥੇ ਖਤਮ ਕਰਦੇ ਹਾਂ, ਕੱਲ੍ਹ ਨੂੰ ਆਪਾਂ ਇਹਦੇ ਨਾਲ ਰਿਲੇਟਡ ਐਗਜ਼ਾਮਪਲਸ ਕਰਾਂਗੇ।